नमस्कार सत श्री अकाल जी। तुसीं देख रहे हो देश तो विदेश। मैं रिकी डोगरा इस शो ਦੇ ਵਿੱਚ ਫਿਰ ਹਾਜ਼ਰ ਹਾਂ ਲੈ ਕੇ ਇੱਕ ਹੋਰ ਨਵੀਂ ਜਾਣਕਾਰੀ, ਕਿਉਂਕਿ ਇਸ ਸ਼ੋ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਤੁਹਾਨੂੰ ਨਵੇਂ ਜਿਹੜੇ ਕੋਈ ਵੀ ਕੰਸਲਟੈਂਟ ਹੁੰਦੇ ਨੇ ਜਾਂ ਫਿਰ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਈਏ। ਉਹਨਾਂ ਦੀ ਜਿਹੜੀ ਕੰਪਨੀ ਹੈ ਉਹ ਆਪਣੇ ਬਾਰੇ ਦੱਸਣ, ਆਪਣੀ ਕੰਪਨੀ ਬਾਰੇ ਵੀ ਦੱਸਣ। ਇਸ ਸ਼ੋ ਦੇ ਵਿੱਚ ਅੱਜ ਮੇਰੇ ਨਾਲ ਬੈਠਣਗੇ ਮਿਸਟਰ ਰਵੀ ਗਰਗ, ਜੋ ਕਿ ਕੈਨੇਡਾ ਗਵਰਨਮੈਂਟ ਦੇ CICC ਦੇ ਮੈਂਬਰ ਵੀ ਹੈਗੇ ਨੇ ਤੇ ਐਮਬੈਸੀ ਤੋਂ ਮਨਜ਼ੂਰਸ਼ੁਦਾ ਆਪਾਂ ਇਹਨੂੰ ਕਹਿੰਦੇ ਕੰਸਲਟੈਂਟ ਉਹ ਨੇ। ये हुणे कनेडा तो वापस आए ने तो इन्हों तो आप पूछांगे कि लेटेस्ट अपडेट्स की ने। पहले स्वागत करते हैं, उस तो बाद जी गलबात का सिलसिला शुरू करांगे। तो स्वागत बहुत बहुत रिक्की जी। शो ते सद्दा देने ਲਈ बहुत बहुत धन्यवाद ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ ਤੁਸੀਂ ਹੁਣੇ ਹਲੇ ਲੇਟੈਸਟ ਕੈਨੇਡਾ ਤੋਂ ਆਏ ਹੋ ਤੇ ਤੁਸੀਂ ਜਿਹੜਾ CICC ਮੈਂਬਰ ਹੋ ਕੈਨੇਡਾ ਗਵਰਨਮੈਂਟ ਦੇ, ਮੈਨੂੰ ਇੱਕ ਗੱਲ ਦੱਸੋ ਕਿ ਅਸੀਂ ਬਹੁਤ ਸਾਰੇ ਐਸੇ ਕੰਸਰਨ ਦਿਖਦੇ ਆ ਜਿਨ੍ਹਾਂ ਨੂੰ ਬੇਸ਼ੱਕ ਉਹ ਕੰਸਰਨ ਅੱਛੇ ਹੁੰਦੇ ਨੇ, ਲੇਕਿਨ CICC ਦਾ ਫੁੱਲ ਫਾਰਮ ਕੀ ਹੈ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਅੱਜ ਤੱਕ, ਜਾਂ ਬੱਚਿਆਂ ਦੇ ਪੇਰੈਂਟ ਨੂੰ ਨਹੀਂ ਪਤਾ ਕਿ CICC ਮੈਂਬਰ ਹੁੰਦਾ ਕੀ ਹੈ। ਬਿਲਕੁਲ ਦੇਖੋ, ਇੰਡੀਆ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਜਿਹੜਾ ਬਿਜ਼ਨਸ ਹੈਗਾ, ਇਮੀਗ੍ਰੇਸ਼ਨ ਫੀਲਡ ਹੈਗਾ ਜਿਹੜਾ, ਇਹ ਰੈਗੂਲੇਟਡ ਨਹੀਂ ਹੈਗਾ। ਕੋਈ ਵੀ ਆਪਣੀ ਜਿਹੜਾ ਬਿਜ਼ਨਸ ਖੋਲ੍ਹ ਸਕਦਾ ਹੈਗਾ, ਲੇਕਿਨ ਕੈਨੇਡਾ ਦੇ ਵਿੱਚ ਇਹ ਇੱਕ ਰੈਗੂਲੇਟਡ ਪ੍ਰੋਫੈਸ਼ਨ ਹੈਗਾ। ਔਰ ਉਹ ਰੈਗੂਲੇਟਡ ਕਿੱਦਾਂ ਹੈਗਾ? ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਨੇ ਇਹ ਰੂਲ ਬਣਾਇਆ ਹੈਗਾ ਕਿ CICC ਜਿਹੜਾ ਮੈਂਬਰ ਹੈਗਾ, ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜਿਹੜਾ ਹੈਗਾ, ਇਹ ਕਾਲਜ ਹੈਗਾ ਇੱਕ। ਉੱਥੇ ਜਿੰਨੀਆਂ ਵੀ ਜਿਹੜੀ ਕੈਨੇਡਾ ਦੇ ਵਿੱਚ ਰੈਗੂਲੇਟਡ ਪ੍ਰੋਫੈਸ਼ਨ ਨੇ, ਜਿਸ ਤਰ੍ਹਾਂ ਨਰਸਿੰਗ ਹੈਗਾ ਔਰ ਡਾਕਟਰਸ ਹੈਗੇ ਨੇ, ਉਹ ਜਿਹੜਾ ਉਹਨਾਂ ਦੀ ਇੱਕ ਬਾਡੀ ਬਣੀ ਹੁੰਦੀ ਹੈ। ਉਹ ਬਾਡੀ ਜਿਹੜੀ ਹੈਗੀ ਹੈ ਉਹ ਰੈਗੂਲੇਟ ਕਰਦੀ ਹੈ, ਜਿਸ ਤਰ੍ਹਾਂ ਕਿ ਕਾਲਜ ਆਫ ਨਰਸਿਸ, ਕਾਲਜ ਆਫ ਫਿਜ਼ੀਸ਼ੀਅਨਸ, ਕਾਲਜ ਆਫ ਫਿਜ਼ੀਓਥੈਰੇਪਿਸਟ। ਸੋ ਇਸੇ ਤਰੀਕੇ ਨਾਲ ਕਾਲਜ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਜੀ। ਸੋ ਇਹ ਜਿਹੜੀ ਹੈ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ। ਔਰ ਉਸ ਦਾ ਬੜਾ ਉਸ ਦੀ ਵੈਬਸਾਈਟ ਹੈਗੀ ਹੈ CICC ਦੀ। ਜਦੋਂ ਤੁਸੀਂ ਗੂਗਲ 'ਤੇ ਪਾਓਗੇ ਉਸ ਦੇ ਵਿੱਚ ਸਾਰੀ ਡਿਟੇਲ ਦੇਖ ਸਕਦੇ ਹੋ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਵੀ ਜਦੋਂ ਆਪਾਂ ਲਿਖਾਂਗੇ, ਉੱਪਰ ਸਰਚ ਬੁੱਕ ਹੈਗਾ, ਉਹਦੇ ਵਿੱਚ ਲਿਖਾਂਗੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਅਤੇ ਇਹ ਜਿਹੜੀ ਹੈ ਇਸ ਦੀ CICC ਦੀ ਡਿਟੇਲ ਆ ਜਾਏਗੀ। ਉਸ ਦੇ ਵਿੱਚ ਲਿਸਟ ਵੀ ਆ ਜਾਏਗੀ ਕਿ ਕੌਣ CICC ਮੈਂਬਰ ਹੈਗੇ ਆ, ਕੌਣ ਨਹੀਂ ਹੈਗੇ। ਔਰ ਇਹ ਬਣਨ ਵਾਸਤੇ ਕੈਨੇਡੀਅਨ ਰੈਜ਼ੀਡੈਂਟ ਹੋਣਾ ਜ਼ਰੂਰੀ ਹੈਗਾ, ਔਰ ਇਮੀਗ੍ਰੇਸ਼ਨ ਲਾ ਦਾ ਪ੍ਰੋਗਰਾਮ ਪਾਸ ਕਰਨਾ ਹੈਗਾ ਕੈਨੇਡੀਅਨ ਕਾਲਜ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਆਈਲੈਟਸ ਦੇ ਬੜੇ ਹਾਈ ਸਕੋਰ ਚਾਹੀਦੇ ਨੇ, ਔਰ ਉਸ ਤੋਂ ਬਾਅਦ ਮੈਂਬਰਸ਼ਿਪ ਜਿਹੜਾ CICC ਮੈਂਬਰਸ਼ਿਪ ਐਗਜ਼ਾਮੀਨੇਸ਼ਨ, ਜਿਸ ਦੇ ਵਿੱਚ ਬਿਲਕੁਲ ਜਿਸ ਦੇ ਵਿੱਚ IRPI ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPR ਜਿਹੜੀ ਹੈਗੀ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ, ਜਿਸ ਦੇ ਉੱਪਰ ਸਾਰਾ ਜਿਹੜੀ ਪੋਲਿਸੀਜ਼ ਔਰ ਸਾਰਾ ਜਿਹੜਾ ਕਾਨੂੰਨ ਇਮੀਗ੍ਰੇਸ਼ਨ ਲਾ ਜਿਹੜਾ ਹੈਗਾ, ਜਿਸ ਦੇ ਅੰਡਰ ਵੀਜ਼ਾ ਦਿੰਦੇ ਨੇ ਇਮੀਗ੍ਰੇਸ਼ਨ ਆਫਿਸਰ, ਉਹ ਜਿਹੜਾ ਹੈਗਾ ਸਾਰਾ ਉਹਦੀ ਡਿਟੇਲਸ ਹੈਗੀਆਂ ਨੇ। ਇਹ ਦੋ ਸਬਜੈਕਟਸ ਦੇ ਇਲਾਵਾ ਬੜਾ ਕੁਛ ਪੜ੍ਹਾਈ ਕਰਕੇ ਐਗਜ਼ਾਮ ਦੇ ਕੇ ਪਾਸ ਹੋ ਕੇ ਅਸੀਂ CICC ਮੈਂਬਰ ਬਣਦੇ ਹੈਗੇ ਹਾਂ। ਔਰ ਸਿਰਫ CICC ਮੈਂਬਰਸ ਹੀ ਲੀਗਲੀ ਰਿਕਗਨਾਈਜ਼ਡ ਹੈਗੇ ਨੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ ਕੈਨੇਡਾ ਦੇ ਵਿੱਚ ਆਫਿਸ ਖੋਲ੍ਹਣ ਵਾਸਤੇ, ਔਰ ਕੈਨੇਡਾ ਦੀ ਅੰਬੈਸੀ ਦੇ ਵਿੱਚ ਆਪਣੇ ਕਲਾਇੰਟਸ ਦੇ ਵਾਸਤੇ ਕੇਸਿਸ ਪੁੱਟ ਅਪ ਕਰਨ ਵਾਸਤੇ। ਔਰ ਅਸੀਂ IRB ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਬੋਰਡ ਜਿਹੜਾ ਹੈਗਾ, ਉਸ ਦੇ ਵਿੱਚ ਅਸੀਂ ਐਜ਼ ਐਡਵੋਕੇਟ ਅਸੀਂ ਫਾਈਟ ਕਰਦੇ ਹਾਂ ਇਮੀਗ੍ਰੇਸ਼ਨ ਦੇ ਕੇਸਿਸ ਜੀ। ਅੱਛਾ, ਇਹ ਜਿਹੜੀ ਤੁਸੀਂ ਸਰ ਇੰਨੀ ਵੱਡੀ ਮਤਲਬ ਜਿਹੜੀ ਗੱਲ ਦੱਸੀ ਹੈ, ਬੇਸਿਕਲੀ ਲੋਕੀ ਬਹੁਤ ਸਾਰੇ ਪੰਜਾਬ 'ਚ ਕੰਸਲਟੈਂਟ ਹੈਗੇ ਨੇ, ਲੇਕਿਨ CICC ਮੈਂਬਰ ਤਾਂ ਹੈ ਨਹੀਂ। ਉਹ ਫਿਰ ਉਹ ਕੰਮ ਕਿਵੇਂ ਕਰਦੇ ਨੇ? ਦੇਖੋ, ਉਹ ਆਪਾਂ IMM 5476 IMM 5476 ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਫਾਰਮ ਜਿਹੜਾ ਹੈਗਾ, ਉਹ ਜਿਹੜਾ ਅਸੀਂ ਹਰ ਇੱਕ ਫਾਈਲ ਦੇ ਵਿੱਚ ਲਗਾਉਂਦੇ ਹੈਗੇ ਆ। ਉਹ ਅਗਰ ਗੂਗਲ ਦੇ ਉੱਪਰ ਜੇ ਸਰਚ ਕਰੋਗੇ IMM 5476 ਅਤੇ ਉਹ ਜਦੋਂ ਡਾਊਨਲੋਡ ਕਰੋਗੇ, ਉਸ ਦੇ ਵਿੱਚ ਦੇਖੋਗੇ ਕਿ ਅੰਬੈਸੀ ਨੇ ਪੁੱਛਿਆ ਤੁਹਾਡੇ ਕੰਸਲਟੈਂਟ ਜਿਹੜਾ ਹੈਗਾ ਉਹ ਉਸ ਦਾ CICC ਮੈਂਬਰਸ਼ਿਪ ਨੰਬਰ ਕਿੰਨਾ ਹੈਗਾ। ਅਦਰਵਾਈਜ਼ ਕੀ ਹੈ, ਜਾਂ ਕਲਾਇੰਟ ਖੁਦ ਆਪਣੀ ਫਾਈਲ ਲਗਾ ਸਕਦਾ ਹੈਗਾ, ਔਰ ਜਾਂ ਉਸ ਦਾ ਕੋਈ ਕਲੋਜ਼ ਰਿਲੇਟਿਵ ਲਾ ਸਕਦਾ ਹੈਗਾ। ਇਸ ਤਰੀਕੇ ਨਾਲ ਆਮ ਤੌਰ 'ਤੇ ਕੰਸਲਟੈਂਟਸ ਆਪਣੀ ਕੰਪਨੀ ਦਾ ਜ਼ਿਕਰ ਉਸ ਦੇ ਵਿੱਚ ਨਹੀਂ ਕਰਦੇ, ਔਰ ਇਸੇ ਤਰੀਕੇ ਨਾਲ ਕੋਈ ਫਰੈਂਡ ਰਿਲੇਟਿਵ ਵਗੈਰਾ ਕਰਕੇ ਇਸ ਤਰ੍ਹਾਂ ਪਾ ਦਿੰਦੇ ਨੇ। ਲੇਕਿਨ ਔਰ ਉਸ ਦੇ ਵਿੱਚ ਖਾਸ ਤੌਰ 'ਤੇ ਜੇ ਪੇਡ ਹੈਗਾ ਜਾਂ ਕੰਪਨਸੇਟਡ ਹੈਗਾ ਕੰਸਲਟੈਂਟ। ਔਰ ਇਹ ਦੇਖੋ, ਕੈਨੇਡਾ ਅੰਬੈਸੀ ਵੱਲੋਂ ਵੀ ਇੱਕ ਖਾਸ ਤੌਰ 'ਤੇ ਇੱਕ ਬੜੀ ਜ਼ਬਰਦਸਤ ਇੱਕ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਈਵਨ ਸਟੱਡੀ ਵੀਜ਼ਾ ਵਾਸਤੇ ਵੀ ਤੁਸੀਂ ਐਡਮਿਸ਼ਨ ਵਾਸਤੇ ਕੋਈ ਕਰ ਵੀ ਸਕਦੇ ਹੋ ਕੰਸਲਟੈਂਟ, ਲੇਕਿਨ ਸਟੱਡੀ ਪਰਮਿਟ, ਸਟੱਡੀ ਵੀਜ਼ਾ ਦੀ ਫਾਈਲ ਅੰਬੈਸੀ ਦੇ ਵਿੱਚ ਲਗਾਉਣ ਵਾਸਤੇ
ਰੈਕਗਨਾਈਜ਼ਡ ਆਥੋਰਾਈਜ਼ਡ ਕੰਸਲਟੈਂਟ ਹੀ ਚੁਣਨਾ ਚਾਹੀਦਾ ਹੈਗਾ, ਜਿਹੜਾ ਕਿ CICC ਮੈਂਬਰ, ਜਿਸ ਦੀ ਲਿਸਟ ਵੀ ਉਹਨਾਂ ਨੇ ਸ਼ੇਅਰ ਕੀਤੀ ਸੀ ਜੀ। ਜੀ ਸਰ, ਤੁਸੀਂ ਜਿਵੇਂ ਕਿ ਹੁਣੇ ਗੱਲ ਕਰ ਰਹੇ ਸੀ, ਮੈਂ ਤੁਸੀਂ ਕੈਨੇਡਾ ਤੋਂ ਰੀਸੈਂਟ ਜਿਹੜੇ ਜੇ ਵਾਪਸ ਆਏ ਹੋ, ਮੈਂ ਦੇਖ ਰਿਹਾ ਕਿ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਗਏ ਨੇ ਕੈਨੇਡਾ, ਇਹਨਾਂ 2-3 ਸਾਲ ਦੇ ਵਿੱਚ ਗਏ ਨੇ, ਉਹ ਹਾਲੇ ਤੱਕ ਉੱਥੇ ਪੱਕੇ ਨਹੀਂ ਹੋਏ। ਇੱਕ TR ਤੇ ਇੱਕ PR, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਬੱਚੇ ਨੂੰ ਪਤਾ ਹੋਣਾ ਚਾਹੀਦਾ ਵਾਕਿਆ ਕਿ TR ਔਰ PR 'ਚ ਕੀ ਫਰਕ ਹੈ, ਤੇ ਕਿੱਦਾਂ PR ਅਪਲਾਈ ਕਰਨੀ ਹੈ, ਜਿਹੜਾ ਇਹਦੇ ਵਿੱਚ ਗੱਲ ਹੀ ਚਾਲਣਾ ਪਾਓ। ਬਿਲਕੁਲ, ਦੇਖੋ ਰਿੱਕੀ ਜੀ, 2 ਸਾਲ ਦੇ ਅੰਦਰ ਤਾਂ PR ਨਹੀਂ ਹੋਏਗੀ, ਕਿਉਂਕਿ 2 ਸਾਲ ਦਾ ਕੋਰਸ, 2 ਸਾਲ ਦਾ ਕੋਰਸ ਲੈ ਲਈਏ, 3 ਸਾਲ ਦਾ ਜਾਂ 4 ਸਾਲ ਦਾ, 3 ਸਾਲ ਦਾ ਹੀ ਵਰਕ ਪਰਮਿਟ ਮਿਲਦਾ। ਔਰ ਜ਼ਿਆਦਾਤਰ ਜਿਹੜਾ 1 ਸਾਲ ਦਾ ਵੀ ਲਵਾਂਗੇ ਤੇ 1 ਸਾਲ ਦਾ ਹੋਰ ਕੋਰਸ ਕਰ ਲੈਣਾ ਚਾਹੀਦਾ। 1+1 ਅਗਰ ਕਰ ਲੈਣਗੇ, 1 ਸਾਲ ਦਾ ਕੋਰਸ ਲੈ ਕੇ ਕੈਨੇਡਾ ਵਿੱਚ ਜਾਣਾ ਹੈ ਔਰ ਦੂਜੇ ਸਾਲ ਦਾ ਕੋਰਸ ਇੱਕ ਹੋਰ ਲੈ ਲੈਣਾ, ਫਿਰ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਮਤਲਬ ਉੱਥੇ ਐਕਸਟੈਂਡ ਕਰਵਾਉਣਾ ਬੇਸਿਕਲੀ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਬਿਲਕੁਲ ਸਟੱਡੀ ਚਾਹੇ ਤੇ ਡਿਪਲੋਮੇ 'ਚ ਜਾਏ 1 ਸਾਲ ਦੇ ਉੱਥੇ ਜਾ ਕੇ ਫਿਰ ਉਹਨੂੰ ਐਡਮਿਸ਼ਨ ਲੈਣੀ ਚਾਹੀਦੀ ਹੈਗੀ ਹੈ, ਕਿਉਂਕਿ 1 ਸਾਲ ਦਾ ਕੋਰਸ ਕਰਨ ਤੋਂ ਬਾਅਦ 1 ਸਾਲ ਦਾ ਹੀ ਵਰਕ ਪਰਮਿਟ ਮਿਲਦਾ ਹੈ ਔਰ ਉਸ ਦੇ ਵਿੱਚ PR ਡਿਫਿਕਲਟ ਹੁੰਦੀ ਹੈ। ਸੋ ਇਸੇ ਤਰੀਕੇ ਨਾਲ ਜਿਹੜਾ ਮੈਂ ਦੱਸਿਆ ਕਿ 1 ਸਾਲ ਦੇ 2 ਕੋਰਸ ਜਾਂ 2 ਸਾਲ ਦਾ ਕੋਰਸ, ਤੇ ਇਹ 2 ਸਾਲ ਦੀ ਤਾਂ ਪੜ੍ਹਾਈ ਹੀ ਹੋਗੀ, ਉਸ ਤੋਂ ਬਾਅਦ ਵਰਕ ਪਰਮਿਟ ਹੋ ਗਿਆ। ਔਰ ਉਸ ਵਰਕ ਪਰਮਿਟ ਆਮ ਤੌਰ ਤੇ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਆਮ ਤੌਰ ਤੇ ਜਿਹੜਾ ਹੈਗਾ ਜ਼ਰੂਰੀ ਹੁੰਦਾ ਹੈਗਾ। ਔਰ ਇਸ ਤਰ੍ਹਾਂ 3 ਸਾਲ ਤੇ ਲੱਗਣੇ ਹੀ ਹੈਗੇ। ਸੋ ਉਸ ਤੋਂ ਬਾਅਦ PR ਜਿਹੜਾ ਰੂਲ ਰੈਗੂਲੇਸ਼ਨ ਦੇ ਮੁਤਾਬਕ ਕਿਹੜੇ ਪ੍ਰੋਵਿੰਸ ਵਿੱਚ ਬੱਚੇ ਪੜ੍ਹੇ ਨੇ, ਔਰ ਜਾਂ ਪੜ੍ਹਾਈ ਕੰਪਲੀਟ ਕਰਕੇ ਕਈ ਪ੍ਰੋਵਿੰਸਿਸ ਦੇ ਵਿੱਚ ਕੰਮ ਕਰਕੇ PR ਸੌਖੀ ਹੁੰਦੀ ਆ, ਉੱਥੇ ਜਾਂਦੇ ਨੇ। ਸੋ ਅਲੱਗ-ਅਲੱਗ ਰੂਲਸ ਰੈਗੂਲੇਸ਼ਨ ਅਲੱਗ-ਅਲੱਗ ਪ੍ਰੋਵਿੰਸਿਸ ਦੇ, ਸੋ ਉਹ ਰੂਲਸ ਨੂੰ ਮੀਟ ਕਰਦੇ ਹੋਏ ਜਦੋਂ PR ਅਪਲਾਈ ਕਰਦੇ ਨੇ ਫਿਰ PR ਹੁੰਦੀ। ਸੋ ਤਕਰੀਬਨ 3 ਸਾਲ ਤਾਂ ਲੱਗਣਗੇ, ਉਸ ਤੋਂ ਬਾਅਦ PR ਅਪਲਾਈ ਹੋਏਗੀ, ਫਿਰ 6 ਮਹੀਨੇ ਸਾਲ ਲੱਗਣਗੇ PR ਹੋਣ ਦੇ ਵਿੱਚ। ਸੋ TR ਜਿਹੜੀ ਗੱਲ ਕੀਤੀ ਸੀ, TR ਦਾ ਮਤਲਬ ਹੁੰਦਾ ਟੈਂਪਰੇਰੀ ਰੈਜ਼ੀਡੈਂਸ, ਚਾਹੇ ਉਹ ਸਟੱਡੀ ਪਰਮਿਟ ਤੇ ਸਟੱਡੀ ਵੀਜ਼ਾ ਤੇ ਹੈਗੇ ਨੇ ਬੱਚੇ, ਜਾਂ ਉਹਨਾਂ ਦਾ ਵਰਕ ਪਰਮਿਟ ਲੱਗ ਗਿਆ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਤੇ ਉਹ ਜਿਹੜਾ ਪੜ੍ਹਾਈ ਤੋਂ ਬਾਅਦ ਵਾਲਾ, ਜਾਂ ਈਵਨ ਕਿ LMI ਦੇ ਥਰੂ ਜਾਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਨੇ ਤੇ ਵਰਕ ਪਰਮਿਟ, ਉੱਥੇ ਜਾ ਕੇ ਵਰਕ ਪਰਮਿਟ ਤੇ ਸਿੱਧੇ ਇੱਥੋਂ ਜਾਂਦੇ ਨੇ। ਸੋ ਇਹ ਸਾਰੇ ਟੈਂਪਰੇਰੀ ਰੈਜ਼ੀਡੈਂਟ ਨੇ ਜਿਹੜੇ ਪੱਕੇ ਨਹੀਂ ਹੈਗੇ ਜੀ। ਔਰ ਇਹਨਾਂ ਨੂੰ ਜਿਹੜੀ ਹੈ ਫਿਰ PR ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸੀ। ਸੋ ਇਹ ਰੀਸੈਂਟਲੀ COVID-19 ਦੇ ਵਿੱਚ ਜਿਹੜਾ ਹੈਗਾ ਤਕਰੀਬਨ ਸਾਲ ਕੁ ਪਹਿਲਾਂ ਜਿਹੜੀ ਗੌਰਮੈਂਟ ਨੇ ਖਾਸ ਤੌਰ ਤੇ ਇੱਕ ਪਬਲਿਕ ਪੋਲਿਸੀ ਦੇ ਅੰਡਰ Tier 2 PR ਕੈਟੇਗਰੀ ਜਿਹੜੀ ਕੱਢੀ ਸੀਗੀ, ਔਰ ਉਸ ਦੇ ਵਿੱਚ ਬੜੀ ਫੈਸਿਲਿਟੀਜ਼ ਦਿੱਤੀ ਸੀ ਕਿ ਬੱਚਾ ਜਿਹੜਾ ਹੈਗਾ ਸਟੱਡੀ ਰੀਸੈਂਟਲੀ ਕੰਪਲੀਟ ਹੋਈ ਆ ਭਾਵੇਂ, ਔਰ ਅਗਰ ਵਰਕ ਉਹਨੇ ਸ਼ੁਰੂ ਕਰ ਦਿੱਤਾ ਹੈਗਾ ਤੇ ਫਿਰ ਉਸ ਨੂੰ PRO ਅਪਲਾਈ ਕਰ ਸਕਦਾ। 1 ਸਾਲ ਦੇ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ, ਜਿਹੜੀ ਕਿ ਆਮ ਤੌਰ ਤੇ ਹੁੰਦੀ ਹੈ। ਔਰ ਕੁਝ ਅਸੈਂਸ਼ੀਅਲ ਵਰਕਰਸ ਕਿ ਅਸੈਂਸ਼ੀਅਲ ਜਿਹੜੀ ਹੈ ਇਹ ਕੁਝ ਫੀਲਡ ਸੀਗੇ ਅਸੈਂਸ਼ੀਅਲ ਵਰਕ ਦੇ, ਉਸ ਫੀਲਡ ਦੇ ਵਿੱਚ ਅਗਰ ਕੋਈ ਕੰਮ ਕਰਦਾ ਪਿਆ ਫਿਰ ਵੀ ਇਹ ਸੀਗਾ। ਔਰ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੋਲਿਸੀਜ਼ ਨਿਕਾਲੀਆਂ ਸੀਗੀਆਂ। ਔਰ ਇੱਕ ਅੱਛੀ ਖਬਰ ਇਹ ਹੈਗੀ ਹੈ ਕਿ ਮੋਸ਼ਨ 44 ਜਾਂ ਇਹ ਜਨਵਰੀ ਮੋਸ਼ਨ 44 ਤੁਸੀਂ ਨਾਮ ਲਿੱਤਾ ਵੇ ਸੀ, ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ। ਤੁਸੀਂ ਇਹ ਮੈਂ ਪੁੱਛਣਾ ਚਾਹਾਂਗਾ ਇਹਦੇ ਚ ਡਿਟੇਲ ਚ ਜਾਣਕਾਰੀ ਦੇਣਾ ਕਿ ਮੋਸ਼ਨ 44 ਹੈ ਕਿਆ? ਰਿੱਕੀ ਜੀ, ਲੋਕਾਂ ਨੂੰ ਪਤਾ ਨਹੀਂ ਹੋਣਾ ਦਾ ਮਤਲਬ ਇਹ ਨੈਚੁਰਲ ਹੈ, ਕਿਉਂਕਿ ਅਸੀਂ ਕੰਸਲਟੈਂਟ ਹੈਗੇ ਆ। ਫਿਰ ਅਗੇਨ ਕਿ ਐਕਸਪਰਟ ਜਿਹਨੂੰ ਕਹਿੰਦੇ ਆ ਕਿ ਦੇਸੀ ਜੇ ਨਹੀਂ ਕਿ ਤੁਰਦੇ ਫਿਰਦੇ ਕੰਸਲਟੈਂਟ ਵਾਲੀ ਗੱਲ ਹੋ ਗਈ। ਜੈਨੂਅਨ ਬੜੇ ਐਕਸਪਰਟ ਦਾ ਮਤਲਬ ਇਹ ਕਿ 2003 ਤੋਂ ਕੰਪਨੀ, ਔਰ ਇਸ ਵਕਤ 9 ਆਫਿਸਿਸ ਸਾਡੇ ਪਾਇਨੀਅਰ ਇਮੀਗ੍ਰੇਸ਼ਨ ਦੇ 2 ਆਫਿਸਿਸ ਕੈਨੇਡਾ 'ਚ, ਇੱਕ ਬਰੈਂਪਟਨ ਦੇ ਵਿੱਚ ਔਰ ਇੱਕ ਸੈਸਕਾਟੂਨ ਦੇ ਵਿੱਚ, ਔਰ ਬਹੁਤ ਸਾਰੇ ਸਟਾਫ ਮੈਂਬਰ। ਅੱਛੀ ਗੱਲ ਇਹ ਕਿ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਓਨੈਸਟੀ ਔਰ ਜਿਹੜੀ ਹੈ ਟਰਾਂਸਪੇਰੈਂਸੀ ਔਰ ਕੇਅਰ ਜਿਹੜੇ ਕਰੀਦੀ ਹੈਗੀ ਹੈ, ਜਿਹੜੀ ਕਿ ਆਪਾਂ ਐਕਸਪੈਕਟ ਕਰਦੇ ਹਾਂ ਹਰ ਪ੍ਰੋਫੈਸ਼ਨਲ ਕੋਲੋਂ। ਵੈਲਕਮ ਜੀ। ਔਰ ਇਹ ਜਿਹੜੀ ਹੈ ਐਕਸਪਰਟੀਜ਼ ਦੇ ਨਾਤੇ ਇਹ ਸਾਰੇ ਰੂਲ ਰੈਗੂਲੇਸ਼ਨਸ 'ਤੇ ਨਜ਼ਰ ਰੱਖਣਾ, ਖਿਆਲ ਰੱਖਣਾ, ਖਾਸ ਤੌਰ 'ਤੇ CICC ਮੈਂਬਰ ਦੇ ਨਾਤੇ CICC ਦੀ ਜਿਹੜੀ ਬਾਡੀ ਹੈਗੀ ਹੈ ਉਹ ਸਾਨੂੰ ਲੇਟੈਸਟ ਰੂਲਸ ਐਂਡ ਰੈਗੂਲੇਸ਼ਨ ਨਾਲ ਅਪਡੇਟਡ ਰੱਖਦੀ ਹੈਗੀ ਹੈ। ਔਰ ਕੈਨੇਡੀਅਨ ਐਮਬੈਸੀ ਪ੍ਰੈਫਰੈਂਸਿਸ ਦੇ ਕੇ, ਕਿਉਂਕਿ ਰੈਗੂਲੇਟਡ ਜਿਹੜੇ ਹੈ ਰੈਕਗਨਾਈਜ਼ਡ ਕੰਸਲਟੈਂਟ ਹੈਗੇ ਆ, ਉਹ ਲੇਟੈਸਟ ਅਪਡੇਟਸ ਨਾਲ ਅਪਡੇਟਡ ਰੱਖਦੇ ਹੈਗੇ ਆ। ਸੋ ਮੋਸ਼ਨ 44 ਦੀ ਜਿਹੜੀ ਗੱਲ ਹੋ ਰਹੀ ਸੀਗੀ, ਇਹ ਖਾਸ ਤੌਰ 'ਤੇ TR to PR ਵਾਸਤੇ, ਹੋਰ ਵੀ ਕੁਝ ਰੂਲਸ ਜਿਹੜੇ ਕੁਝ ਪੋਲਿਸੀਜ਼ ਨੂੰ ਲੈ ਕੇ ਗੱਲ ਹੋਈ ਸੀਗੀ। ਲੇਕਿਨ ਜਨਵਰੀ ਦੇ ਵਿੱਚ ਆਪਣੇ ਕਿਸੇ ਇੰਡੀਅਨ ਮਿਨਿਸਟਰ ਨੇ ਸ਼ੁਰੂ ਕੀਤਾ ਸੀਗਾ, ਇਹ ਮੋਸ਼ਨ ਸ਼ੁਰੂ ਕੀਤਾ ਸੀਗਾ। ਔਰ ਮਈ ਦੇ ਵਿੱਚ ਇਹ ਜਿਹੜਾ ਹੈਗਾ ਮੋਸ਼ਨ ਹਾਊਸ ਆਫ ਕਾਮਨਸ ਜਿਹੜਾ ਪਾਰਲੀਮੈਂਟ ਦਾ ਲੋਅਰ ਹਾਊਸ ਜਿਹੜਾ ਹੈਗਾ, ਹਾਊਸ ਆਫ ਕਾਮਨਸ ਦੇ ਦੁਆਰਾ ਜਿਹੜਾ ਹੈਗਾ ਪਾਸ ਕਰ ਦਿੱਤਾ ਗਿਆ ਹੈਗਾ। ਲਾਅ ਬਣਾ ਦਿੱਤਾ ਬੇਸਿਕਲੀ। ਹਾਂਜੀ, ਲਾਅ ਬਣਦਾ ਪਿਆ ਹੈਗਾ। ਔਰ ਉਸ ਦੇ ਵਿੱਚ
TR to PR ਦੀ ਵੀ ਹੋਰ ਵੀ 6 ਪੁਆਇੰਟ ਨੇ ਟੋਟਲ, ਲੇਕਿਨ TR to PR ਦੀ ਵੀ ਜਿਹੜੀ ਹੈਗੀ ਆ ਉਸ ਦੇ ਵਿੱਚ ਖਾਸ ਤੌਰ ਤੇ ਇਹ ਇੱਕ ਪ੍ਰੋਬਲਮ ਆਉਂਦੀ ਸੀਗੀ ਕਿ ਬੱਚੇ ਦੀ 2 ਸਾਲ ਦੀ ਪੜ੍ਹਾਈ ਕੀਤੀ, 3 ਸਾਲ ਦਾ ਵਰਕ ਪਰਮਿਟ ਜਿਸ ਤਰ੍ਹਾਂ ਮੈਂ ਦੱਸਿਆ, ਔਰ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਵਰਕ ਪਰਮਿਟ ਤੇ ਆ ਗਏ ਤੇ 1 ਸਾਲ ਦਾ ਐਕਸਪੀਰੀਅੰਸ ਜਿਹੜਾ ਮੈਂ ਗੱਲ ਕੀਤੀ ਸੀ ਹੁਣੇ ਉਹ OAB ਕੈਟੇਗਰੀ, ਇੱਕ ਮੋਟੀ ਜਿਹੀ ਗੱਲ ਕਰੀਏ ਕਿ ਸੁਪਰਵਾਈਜ਼ਰ ਲੈਵਲ ਦੀ, ਇਹ OAB ਕੈਟੇਗਰੀ ਦੀ ਲਿਸਟ ਵੀ ਵੈਬਸਾਈਟ ਤੇ ਹੈਗੀ ਕੈਨੇਡਾ ਐਮਬੈਸੀ ਦੀ, ਲੇਕਿਨ ਮੋਟਾ ਮੋਟੀ ਗੱਲ ਕਰੀਏ ਤਾਂ ਸੁਪਰਵਾਈਜ਼ਰ ਲੈਵਲ ਦੀ ਜੌਬ ਚਾਹੀਦੀ ਸੀ ਜਿਹੜੀ ਕਿ ਬੱਚੇ ਨੂੰ ਦਿੱਕਤ ਹੁੰਦੀ ਸੀ ਲੈਣ ਦੇ ਵਿੱਚ। ਔਰ ਇਹ ਜਿਹੜੀ ਮੋਸ਼ਨ 44 ਦੇ ਵਿੱਚ ਜਿਹੜਾ ਰੂਲ ਬਣਦੇ ਪਏ ਨੇ TR to PR ਦੇ, ਜਿਹੜਾ ਕਿ ਉਮੀਦ ਹੈਗੀ ਕਿ ਸਤੰਬਰ ਤੱਕ ਜਿਹੜਾ ਹੈ ਉਹ ਆਉਣਗੇ, ਰੂਲ ਇੰਪਲੀਮੈਂਟ ਹੋਣਗੇ। ਔਰ ਉਸ ਦੇ ਵਿੱਚ ਇਹ ਵੀ ਸੀਗਾ ਕਿ ਜਿਹੜੀ OAB ਕੈਟੇਗਰੀ ਹੀ ਜ਼ਰੂਰੀ ਨਾ ਕਰੋ ਤੁਸੀਂ, ਜਿਹੜੀ ਕੈਟੇਗਰੀ ਦੀ ਸ਼ੋਰਟੇਜ ਜਿਹੜੀ ਹੈਗੀ ਹੈ ਸਾਨੂੰ ਉੱਥੇ ਕੈਨੇਡਾ ਦੇ ਵਿੱਚ, ਉਹਨਾਂ ਕੈਟੇਗਰੀਜ਼ ਨੂੰ ਪ੍ਰਮੋਟ ਕਰਕੇ ਔਰ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਉਸ ਕੈਟੇਗਰੀ ਦੇ ਵਿੱਚ ਵੀ ਅਗਰ ਐਕਸਪੀਰੀਅੰਸ ਹੋਵੇ ਤੇ ਉਹਨਾਂ ਨੂੰ ਬੱਚਿਆਂ ਨੂੰ ਸਟੂਡੈਂਟਸ ਨੂੰ PR ਦਿੱਤੀ ਜਾਣੀ ਚਾਹੀਦੀ ਹੈਗੀ ਆ। ਲੇਕਿਨ ਜ਼ਿਆਦਾਤਰ ਦੀ PR ਜਿਹੜੀ ਕਿ ਤੁਸੀਂ ਕਿਹਾ ਸੀ ਕਿ 2-3 ਸਾਲ ਤਾਂ ਨਹੀਂ, 2 ਸਾਲ ਦੀ ਪੜ੍ਹਾਈ 6 ਮਹੀਨੇ ਹੋਰ ਐਕਸਪੀਰੀਅੰਸ ਇਸ ਤਰ੍ਹਾਂ ਕਰਕੇ PR ਅਪਲਾਈ ਕਰਨਗੇ। ਲੇਕਿਨ ਜ਼ਿਆਦਾਤਰ ਅਸੀਂ ਜਿਹੜੇ ਬਹੁਤ ਅਸੀਂ ਥਾਊਜ਼ੈਂਡਸ ਆਫ ਸਟੂਡੈਂਟਸ ਭੇਜਦੇ ਹਾਂ, ਸਾਰਿਆਂ ਦੀ PR ਹੋਈ ਆ। ਅੱਜ ਤੱਕ ਮੈਂ ਨਹੀਂ ਸੁਣਿਆ ਕਿ ਕੋਈ ਵਾਪਸ ਆਇਆ ਹੋਵੇ, ਅਨਲੈਸ ਕਿ ਜਿਹੜੀ ਕਿ 2 ਸਾਲ ਦੀ ਪੜ੍ਹਾਈ ਆ ਉਹ ਵੀ ਅਗਰ ਪੂਰਾ ਨਹੀਂ ਕਰੇਗਾ ਬੱਚਾ ਚੱਜ ਨਾਲ, ਦਾ ਮਤਲਬ ਇਹ ਪੜ੍ਹੇਗਾ ਹੀ ਨਹੀਂ, ਪੜ੍ਹਨਾ ਤਾਂ ਪੈਣਾ ਕਿਉਂਕਿ ਸਟੱਡੀ ਵੀਜ਼ਾ ਤੇ ਚੱਲੇ ਆ ਤੇ ਗੌਰਮੈਂਟ ਐਕਸਪਰਟਸ ਕੈਨੇਡਾ ਐਮਬੈਸੀ ਐਕਸਪੈਕਟਸ ਕਿ ਬੱਚਾ ਠੀਕ ਠਾਕ ਪੜ੍ਹਾਈ ਕਰ ਲਵੇ। ਔਰ ਉਸ ਦੇ ਵਿੱਚ ਵੀ ਇੱਕ ਧਿਆਨ ਦੇਣਾ ਰਿੱਕੀ ਜੀ, ਬੜੀ ਸਾਰੀਆਂ ਐਕਸਪਰਟਿਜ਼ ਦੀਆਂ ਗੱਲਾਂ ਨੇ ਕਿ ਕੁਝ ਕਾਲਜਿਸ ਨੇ ਥੋੜ੍ਹੇ ਜਿਹੇ ਲੀਨੀਅੰਟ ਨੇ, ਕੁਝ ਕਾਲਜਿਸ ਬਾਹਲੇ ਜ਼ਿਆਦਾ ਸਟ੍ਰਿਕਟ ਨੇ। ਸੋ ਡਿਪੈਂਡ ਇਹ ਕਰਦਾ ਕਿ ਬੱਚੇ ਦੇ ਨੰਬਰ ਕਿੰਨੇ, ਇੱਕ 90-95% ਵਾਲਾ, ਇੱਕ 55-60% ਵਾਲਾ, ਦੋਨਾਂ ਦੇ ਵਿੱਚ ਫਰਕ ਹੈਗਾ। ਕੋਰਸਿਸ ਵੀ ਇਹੋ ਜਿਹੇ ਹੁੰਦੇ ਨੇ, ਪ੍ਰੋਗਰਾਮਸ ਕੁਝ ਜ਼ਿਆਦਾ ਔਖੇ ਨੇ, ਕੁਝ ਠੀਕ ਨੇ। ਔਰ ਉਹ ਜਿਹੜਾ ਹੈਗਾ ਡੈਫੀਨੇਟਲੀ ਬੱਚਿਆਂ ਨੂੰ ਮੇਰੀ ਐਡਵਾਈਸ ਕਿ ਉੱਥੇ ਜਾ ਕੇ ਜ਼ਿਆਦਾ ਕੰਮ ਕਰਨਾ ਔਰ ਪੜ੍ਹਾਈ ਵੱਲ ਧਿਆਨ ਨਾ ਦੇਣਾ। ਜੇ ਇਹ ਕਰਨਗੇ ਤੇ ਡੈਫੀਨੇਟਲੀ ਉਹ ਸਲਿੱਪ ਹੋਣਗੇ ਨਾ, ਮਤਲਬ ਪੌੜੀਆਂ ਤੋਂ ਡਿੱਗਣ ਵਾਲਾ ਕੰਮ, ਨੁਕਸਾਨ ਹੋ ਜਾਏਗਾ, PR ਲੈਣੀ ਔਖੀ ਹੋ ਜਾਏਗੀ, ਬੇਸਿਕਲੀ ਸਟੱਡੀ ਨਹੀਂ ਕੰਪਲੀਟ ਹੋਏਗੀ ਤਾਂ ਵਰਕ ਪਰਮਿਟ ਹੀ ਨਹੀਂ ਮਿਲਣਾ। ਬਿਲਕੁਲ, ਜਦੋਂ ਵਰਕ ਪਰਮਿਟ ਨਹੀਂ ਮਿਲਣਾ ਤੇ PR ਨਹੀਂ ਹੋਣੀ। ਸੋ ਪੜ੍ਹਾਈ ਤੇ ਕਨਸੈਂਟਰੇਟ ਕਰਨਾ, 2 ਸਾਲ ਦੀ ਪੜ੍ਹਾਈ ਚੱਜ ਨਾਲ ਕਰ ਲਈ ਤੇ ਨਾਲ ਹੀ ਵਰਕ ਪਰਮਿਟ, ਨਾਲ ਹੀ ਹੋਰ ਰੂਲਸ ਐਂਡ ਰੈਗੂਲੇਸ਼ਨਸ ਆਉਂਦੇ ਰਹਿੰਦੇ ਨੇ ਨਵੇਂ। ਔਰ ਇਹ ਜਿਹੜਾ ਸਤੰਬਰ ਵਿੱਚ ਆਇਆ ਤੇ ਬੱਚਿਆਂ ਦੀ ਜਿਹੜੇ ਜਾਣਗੇ ਉਹਨਾਂ ਦੀ PR ਵੀ ਸੌਖੀ ਹੋਏਗੀ। ਸਾਡੇ ਕੈਨੇਡਾ ਆਫਿਸ ਜਿਹੜੇ ਨੇ 2 ਆਫਿਸ ਮੈਂ ਦੱਸਿਆ ਸੀਗਾ, ਉਹੀ ਜਿਹੜੀ 1 ਸਾਲ ਦਾ ਕੋਰਸ ਬੱਚੇ ਲੈ ਕੇ ਜਾਂਦੇ ਨੇ ਜਿਹੜੇ, ਉਹ 1 ਸਾਲ ਦਾ ਹੋਰ ਐਡਮਿਸ਼ਨ ਲੈ ਕੇ ਸਟੱਡੀ ਪਰਮਿਟ ਐਕਸਟੈਂਸ਼ਨ, ਉੱਥੇ ਜਾ ਕੇ ਪੜ੍ਹਾਈ ਖਤਮ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ, ਔਰ ਫਿਰ ਇਹ PR ਦੀ ਜਿਹੜੀ ਅਲੱਗ-ਅਲੱਗ ਕੈਟੇਗਰੀ ਦੀ ਫਾਈਲ ਅਸੀਂ ਜਿਹੜੇ ਉਹਨਾਂ ਨੂੰ ਹੈਲਪ ਕਰਦੇ ਹਾਂ ਜੀ। ਅੱਛਾ ਸਰ, ਆਪਾਂ ਗੱਲ ਕਰ ਰਹੇ ਸੀ CICC ਮੈਂਬਰ ਦੀ। ਜਿਵੇਂ ਕਿ ਕਿਸੇ ਨੇ PR ਲਈ ਅਪਲਾਈ ਕਰਨਾ, ਇੱਥੋਂ ਬੱਚਾ ਕੈਨੇਡਾ ਚਲਾ ਗਿਆ, ਸਟੱਡੀ ਵੀਜ਼ੇ ਤੇ ਗਿਆ, ਉੱਥੇ ਜਾ ਕੇ PR ਅਪਲਾਈ ਕਰਨੀ ਹੈ ਤੇ CICC ਮੈਂਬਰ ਦਾ ਉੱਥੇ ਵੀ ਰੋਲ ਹੁੰਦਾ ਮੇਨ? ਬਿਲਕੁਲ, ਦੇਖੋ ਕੈਨੇਡਾ ਦੇ ਵਿੱਚ, ਕੈਨੇਡਾ ਦੀ ਐਮਬੈਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਾਈਲ ਲੱਗਣੀ ਹੈ ਉਸ ਦੇ ਵਿੱਚ CICC ਮੈਂਬਰ ਹੀ ਰਿਕਗਨਾਈਜ਼ਡ ਨੇ। ਇਹ ਉਹੀ CICC ਦੀ ਵੈਬਸਾਈਟ ਔਰ ਕੈਨੇਡਾ ਐਮਬੈਸੀ ਦੀ ਵੈਬਸਾਈਟ ਜਿਹੜੀ cic.gc.ca ਇਹ ਵੈਬਸਾਈਟ ਹੈਗੀ ਆ। ਉੱਥੇ ਜਾ ਕੇ ਆਪਾਂ ਇਹ ਦੇਖ ਸਕਦੇ ਹਾਂ ਕਿ CICC ਮੈਂਬਰ ਜੀ ਲੀਗਲੀ ਆਥੋਰਾਈਜ਼ਡ ਨੇ। ਲੇਕਿਨ ਕੈਨੇਡਾ ਦੇ ਕਾਲਜਿਸ ਦੇ ਵਿੱਚ ਐਡਮਿਸ਼ਨ ਵਾਸਤੇ ਕੁਝ ਹੱਦ ਤੱਕ ਇਹ ਹੋ ਸਕਦੇ ਨੇ ਕਿ ਜਿਹੜੀ ਐਜੂਕੇਸ਼ਨ ਕੰਸਲਟੈਂਟ ਦਾ ਮਤਲਬ ਹੈ ਕਿ ਜਿਹੜੇ CICC ਮੈਂਬਰ ਨਹੀਂ ਹੈਗੇ ਐਡਮਿਸ਼ਨ ਦੇ ਵਿੱਚ ਹੈਲਪ ਕਰਦੇ ਨੇ। ਲੇਕਿਨ ਅਗੇਨ ਕਿ ਜਦੋਂ ਸਟੱਡੀ ਪਰਮਿਟ ਵਾਸਤੇ, ਸਟੱਡੀ ਵੀਜ਼ਾ ਵਾਸਤੇ ਫਾਈਲ ਭਾਵੇਂ ਇੰਡੀਆ ਤੋਂ ਔਰ PR ਵਾਸਤੇ ਫਾਈਲ ਐਕਸਪ੍ਰੈਸ ਐਂਟਰੀ ਵਗੈਰਾ ਹੁੰਦੀ, ਹਾਲਾਂਕਿ ਅਸੀਂ ਡੀਲ ਨਹੀਂ ਕਰਦੇ ਕਿਉਂਕਿ ਬਹੁਤ ਹੀ 100 ਚੋਂ ਇੱਕ ਬੰਦਾ ਜਿਹੜਾ ਬੜੇ ਹਾਈ ਬੈਂਡ 8777 ਚਾਹੀਦੇ ਨੇ, ਜਿਹੜੇ ਬੜੇ ਘੱਟ ਲੋਕਾਂ ਦੇ ਆਉਂਦੇ ਨੇ ਔਰ ਬਹੁਤ ਘੱਟ ਲੋਕ ਐਲੀਜੀਬਲ ਹੋ ਪਾਉਂਦੇ ਨੇ ਔਰ ਅਸੀਂ ਕਾਫੀ ਜ਼ਿਆਦਾ ਸਟੱਡੀ ਵੀਜ਼ਾ ਹੋ ਜਾਂਦਾ ਮਤਲਬ ਵਿੱਚ ਹੀ। ਬਿਲਕੁਲ, ਸੋ ਅਸੀਂ ਉਹ ਡੀਲ ਨਹੀਂ ਕਰਦੇ। ਲੇਕਿਨ ਖਾਸ ਤੌਰ ਤੇ PR ਦੀ ਫਾਈਲਸ ਔਰ ਜਿੰਨੀ ਵੀ ਜਿਹੜੀ ਇਮੀਗ੍ਰੇਸ਼ਨ ਮੈਟਰਸ ਦੀ ਫਾਈਲਸ ਐਮਬੈਸੀ ਵਿੱਚ ਲੱਗਦੀਆਂ ਨੇ ਉਹ ਜਿਹੜਾ ਲੀਗਲੀ ਆਥੋਰਾਈਜ਼ਡ CICC ਮੈਂਬਰਸ ਹੀ ਲਗਾ ਸਕਦੇ ਨੇ ਜੀ। ਤੁਸੀਂ ਨੋਟ ਕਰ ਲਓ ਜੀ, ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ। ਵੈਸੇ ਪਾਇਨੀਅਰ ਇਮੀਗ੍ਰੇਸ਼ਨ ਦੇ ਸੈਮੀਨਾਰ ਜਿਹੜੇ ਨੇ ਉਹ ਸ਼ੁਰੂ ਹੋਣ ਵਾਲੇ ਨੇ। ਪਹਿਲਾ ਸੈਮੀਨਾਰ ਦਾ ਮੋਗਾ ਦੇ ਵਿੱਚ ਹੈ 22 ਤਰੀਕ ਨੂੰ, 23 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਹੈਗਾ, 24 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਹੈਗਾ, 25 ਤਰੀਕ ਨੂੰ ਲੁਧਿਆਣੇ ਹੈ, 6 ਜੁਲਾਈ ਨੂੰ ਆ ਕੇ ਇੱਕ ਹੋਰ ਸੈਮੀਨਾਰ ਇਹਨਾਂ ਦਾ, ਉਸ ਤੋਂ ਬਾਅਦ 7 ਨੂੰ ਬਰਨਾਲੇ ਹੈਗਾ, 8 ਤਰੀਕ ਨੂੰ ਬਠਿੰਡਾ ਔਰ 10 ਜੁਲਾਈ ਨੂੰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਸੈਮੀਨਾਰ। 6 ਨੂੰ ਰਿੱਕੀ ਜੀ ਜਲੰਧਰ ਦੇ ਵਿੱਚ ਹੈਗਾ, 6 ਨੂੰ ਜਲੰਧਰ ਦੇ ਵਿੱਚ ਹੈ। ਤੁਸੀਂ ਨੋਟ ਕਰ ਲੈਣਾ ਕਿਉਂਕਿ ਜਲੰਧਰ ਤੋਂ ਬਹੁਤ ਸਾਰੀ ਕੁਐਰੀਜ਼ ਆਉਂਦੀਆਂ ਨੇ, ਬਹੁਤ ਆਸ-ਪਾਸ ਜਿਹੜੇ ਜੇ ਲੋਕੀ ਨੇ ਉਹਨਾਂ ਨੂੰ ਚੰਡੀਗੜ੍ਹ ਨਾਲ ਦੂਰ ਪੈਂਦਾ, ਅਦਰ ਸਿਟੀ ਵੀ ਦੂਰ ਹੁੰਦੀਆਂ ਨੇ। ਚੰਡੀਗੜ੍ਹ ਵਾਲਿਆਂ ਵਾਸਤੇ 10 ਤਰੀਕ ਨੂੰ ਸੈਮੀਨਾਰ ਹੈ ਤੇ 6 ਤਰੀਕ ਨੂੰ ਜਲੰਧਰ ਵਾਲਿਆਂ ਵਾਸਤੇ ਜਿਹੜਾ ਜੇ ਸੈਮੀਨਾਰ ਉੱਥੇ ਰੱਖਿਆ ਹੋਇਆ, ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ, ਆਪਣਾ ਪ੍ਰੋਫਾਈਲ ਜਿਹੜਾ ਡਿਸਕਸ ਕਰ ਸਕਦੇ ਹੋ। ਪੇਰੈਂਟਸ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਤਾਂ ਕਿ ਉਸ ਦਿਨ ਮੌਕਾ ਹੁੰਦਾ ਤੁਹਾਡੇ ਕੋਲ
ਡਿਸਕਸ ਕਰਨ ਦਾ, ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ, ਕਿਸੇ ਵੀ ਫੈਮਿਲੀ ਮੈਂਬਰ ਨੂੰ ਨਾਲ ਲੈ ਜਾਣਾ। ਔਰ ਰਿੱਕੀ ਜੀ ਇਹਨਾਂ ਸੈਮੀਨਾਰਸ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਹੋਣਗੀਆਂ, ਉੱਥੇ ਐਡਮਿਸ਼ਨ ਟੀਮ ਹੈਗੀ ਹੈ, ਕਾਉਂਸਲਿੰਗ ਟੀਮ ਹੈਗੀ ਹੈ, ਮੈਨੇਜਮੈਂਟ ਟੀਮ ਹੈਗੀ ਹੈ, ਫਾਈਲਿੰਗ ਟੀਮ ਹੈਗੀ ਹੈ। ਮੈਂ ਖੁਦ ਐਲੀਜੀਬਲ ਸਟੂਡੈਂਟਸ, ਸਿਲੈਕਟਡ ਸਟੂਡੈਂਟਸ ਨੂੰ ਮਿਲੂੰਗਾ ਔਰ ਵੇਟ ਕਰਨੀ ਪੈ ਸਕਦੀ ਹੈ, ਪਲੀਜ਼ ਡੋਂਟ ਮਾਈਂਡ, ਔਰ ਟਾਈਮ ਕੱਢ ਕੇ ਆਏ ਜੇ। ਔਰ ਐਪਲੀਕੇਸ਼ਨ ਫੀ ਵੇਵਰ ਔਰ ਸਕੋਲਰਸ਼ਿਪ, ਹੋਰ ਕਈ ਤਰ੍ਹਾਂ ਦੇ ਬੈਨੀਫਿਟਸ ਅਸੀਂ ਚਲਦੀ ਪਈ ਹੈ, ਅਸੀਂ ਡਿਕਲੇਅਰ ਕਰਾਂਗੇ ਉਸ ਟਾਈਮ ਤੇ। ਵੈਲਕਮ ਜੀ। ਔਰ ਖਾਸ ਤੌਰ ਤੇ ਰਿਫਿਊਜ਼ਡ ਕੇਸਿਸ, ਰਿਫਿਊਜ਼ਡ ਕੇਸਿਸ ਜਿਹੜੇ ਮੈਂ ਰਿਫਿਊਜ਼ ਕੇਸਿਸ ਵਾਲੀ ਆਉਣ ਲੱਗਾ ਸੀਗਾ, ਕਿਉਂਕਿ ਸਰ ਬਹੁਤ ਸਾਰੇ ਬੱਚੇ ਨੇ ਜਿਹੜੇ ਹੁਣੇ ਲੇਟੈਸਟ ਰਿਫਿਊਜ਼ ਹੋਏ ਨੇ, ਉਹ ਡਰੇ ਬੈਠੇ ਸੀਗੇ ਕਿ ਇੱਕ ਵਾਰ ਤਾਂ ਰਿਫਿਊਜ਼ ਹੋ ਗਏ, ਦੁਬਾਰਾ ਹੁਣ ਕਿਤੇ ਫਿਰ ਨਾ ਰਿਫਿਊਜ਼ਲ ਹੋ ਜਾਏ। ਤੇ ਹੁਣ ਕੈਨੇਡਾ ਦੀ ਜਿਹੜੀ ਐਮਬੈਸੀ ਹੈ ਉਹ ਵੀਜ਼ਾ ਦੇ ਰਹੀ ਹੈ, ਤੇ ਰਿਫਿਊਜ਼ਲ ਵਾਲੇ ਬੱਚਿਆਂ ਲਈ ਕਹਿੰਦੇ ਕਿ ਵੀਜ਼ਾ ਆ ਰਹੇ ਆ ਨਹੀਂ ਆ ਰਹੇ, ਕਿੱਦਾਂ ਦਾ ਮਾਹੌਲ ਹੈ ਇਸ ਟਾਈਮ? ਬਿਲਕੁਲ ਰਿੱਕੀ ਜੀ, ਰਿਫਿਊਜ਼ਡ ਕੇਸਿਸ ਦੇ ਵੀਜ਼ੇ ਆਉਣਗੇ, ਲੇਕਿਨ ਡਿਪੈਂਡ ਇਹ ਵੀ ਕਰੇਗਾ ਕਿ ਤੁਹਾਡਾ ਪ੍ਰੋਫਾਈਲ ਕਿਸ ਤਰ੍ਹਾਂ ਦਾ ਹੈਗਾ। ਜ਼ਿਆਦਾਤਰ ਆਪਾਂ ਇਸ ਗੱਲ ਨੂੰ ਸੋਚਦੇ ਹਾਂ ਕਿ ਜਿਹੜੇ 55% ਨੰਬਰ ਨੇ, ਦੇਖਣ ਵਾਲੀ ਗੱਲ ਹੈ ਜੇ +2 ਕੀਤੀ ਹੈ, ਥਿਊਰੀ ਦੇ ਵਿੱਚ ਕਿੰਨੇ ਸਬਜੈਕਟਾਂ ਦੇ ਵਿੱਚ ਲੈਸ ਦੈਨ 50% ਹੈਗੇ ਨੇ, ਉਹ ਚੀਜ਼ ਆਪਾਂ ਨੂੰ ਖਿਲਾਫ ਕਰਦੀ ਹੈ, ਦਾ ਮਤਲਬ ਦਿੱਕਤ ਕਰਦੀ ਹੈ। ਇਫ ਜਿਹੜਾ ਜਿਸ ਸਬਜੈਕਟ ਦੇ ਵਿੱਚ 50% ਤੋਂ ਟੱਪ ਗਏ ਥਿਊਰੀ ਦੇ ਵਿੱਚ, ਉਸ ਦੇ ਵਿੱਚ ਆਪਾਂ ਇੱਕ ਕਿਸਮ ਦਾ ਰਿਸਕ ਤੋਂ ਬਾਹਰ ਹੋ ਜਾਂਦੇ ਹਾਂ, ਉਹ ਗੁੱਡ ਮਾਰਕਸ ਦੇ ਵਿੱਚ ਆਪਾਂ ਮੰਨ ਲੈਂਦੇ, ਵਿੱਚ ਜੈਨੂਅਨ ਐਕਸਪੈਕਟੇਸ਼ਨ ਦਾ ਮਤਲਬ 50% ਤਾਂ ਜਾਇਜ਼ ਹੀ ਹੈਗਾ। ਸੋ 50% ਤੋਂ ਅਬਵ ਤੇ ਕੋਈ ਪ੍ਰੋਬਲਮ ਨਹੀਂ। ਇਸੇ ਤਰੀਕੇ ਨਾਲ ਤੁਹਾਡੀ ਗ੍ਰੈਜੂਏਸ਼ਨ ਅਗਰ ਕੀਤੀ ਹੈ, ਕਿੰਨੇ ਸਬਜੈਕਟਾਂ ਵਿੱਚ ਲੈਸ ਦੈਨ 50% ਮਾਰਕਸ ਨੇ, ਉਹ ਆਪਾਂ ਨੂੰ ਥੋੜ੍ਹਾ ਕੇਸ ਨੂੰ ਵੀਕ ਕਰ ਦਿੰਦਾ ਹੈਗਾ, ਔਰ ਕਿੰਨਾ ਗੈਪ ਹੈਗਾ, ਇਹ ਸਾਰੀਆਂ ਚੀਜ਼ਾਂ। ਲੇਕਿਨ ਡੈਫੀਨੇਟਲੀ ਜਿਹੜੇ ਵੀਕ ਕੇਸਿਸ ਨੇ ਉਹਨਾਂ ਨੂੰ ਫਿਰ ਜਦੋਂ ਦੁਬਾਰਾ ਰਿਫਿਊਜ਼ ਕਰਦੇ ਆ ਐਮਬੈਸੀ ਅਫੀਸਰ, ਦੁਬਾਰਾ ਲਗਾਉਂਦੇ ਆ ਤਾਂ ਅਗੇਨ ਫਿਰ ਉਹ ਜੇ ਜ਼ਿਆਦਾ ਵੀਕ ਹੈਗਾ ਤੇ ਦੂਜਾ ਵੀਜ਼ਾ ਅਫਸਰ ਵੀ ਰਿਫਿਊਜ਼ ਕਰ ਸਕਦਾ ਹੈਗਾ। ਜੇ ਅੱਛੇ ਨੰਬਰ ਨੇ 70%, 80% ਔਰ 50% ਤੋਂ ਅਬਵ ਨੇ ਹਰ ਇੱਕ ਸਬਜੈਕਟ ਦੇ ਵਿੱਚ, ਤੇ ਫਿਰ ਉਹ ਜਿਹੜਾ ਆਪਣਾ ਕੇਸ ਚੰਗਾ ਹੁੰਦਾ। ਔਰ ਜ਼ਿਆਦਾਤਰ ਅਸੀਂ ਜੇ ਹੋ ਵੀ ਗਿਆ ਰਿਫਿਊਜ਼ ਤੇ ਆਪਾਂ ਵੀਜ਼ਾ ਲਵਾਂਗੇ, ਔਰ ਜ਼ਿਆਦਾਤਰ ਕੇਸਿਸ ਦੇ ਵੀਜ਼ੇ ਲੱਗਦੇ ਆ, ਨੋ ਪ੍ਰੋਬਲਮ। ਸਰ ਇੱਕ ਬਹੁਤ ਹੀ ਮੇਨ ਕੁਐਸਚਨ ਹੈ, ਕਿਉਂਕਿ ਮੈਂ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇਖਦਾ ਹੁੰਦਾ, ਫੇਸਬੁੱਕ, YouTube ਤੇ ਭਰਿਆ ਪਿਆ, ਹਰ ਪਾਸੇ ਤੁਸੀਂ ਦੇਖਦੇ ਹੋਣੇ, ਤੁਸੀਂ ਵੀ ਮਤਲਬ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ ਉੱਪਰ। 5 ਬੈਂਡ ਵਾਲਾ ਬੱਚਾ ਕਹਿੰਦੇ ਆ ਜੀ ਕੈਨੇਡਾ ਚਲਾ ਜਾ ਸਕਦਾ ਹੈ, ਇਤਨੇ ਫੰਡਸ ਦੀ ਰਿਕੁਆਇਰਮੈਂਟ ਹੈ। 5 ਬੈਂਡ ਵਾਲੇ ਬੱਚੇ ਵਾਸਤੇ ਜਾਂ 5.5 ਬੈਂਡ ਵਾਲੇ ਬੱਚੇ ਵਾਸਤੇ ਤੁਸੀਂ ਇੱਕ CICC ਮੈਂਬਰ ਹੋ, ਤੁਹਾਡੇ ਵੱਲੋਂ ਕੀ ਸਲਾਹ ਹੈ ਕਿ 5.5 ਬੈਂਡ ਵਾਲਾ ਬੱਚਾ ਵੀ ਅਪਲਾਈ ਕਰੇ ਤਾਂ ਕਿਹੜੀ ਕੈਟਾਗਰੀ 'ਚ ਕਰੇ? ਦੇਖੋ ਰਿੱਕੀ ਜੀ, ਹਾਲਾਂਕਿ 3 ਕੈਟੇਗਰੀਜ਼ ਹੈਗੀਆਂ ਨੇ ਕੈਨੇਡਾ ਐਮਬੈਸੀ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਸਤੇ, ਔਰ ਉਸ ਦੇ ਵਿੱਚ ਇੱਕ ਯੂਨੀਵਰਸਿਟੀ ਕੈਟੇਗਰੀ, ਅਗਰ ਕੋਈ ਯੂਨੀਵਰਸਿਟੀ 'ਚ ਪੜ੍ਹਨ ਜਾ ਰਿਹਾ ਤਾਂ ਯੂਨੀਵਰਸਿਟੀ ਕੈਟੇਗਰੀ। ਦੂਸਰਾ ਹੈ SDS ਕੈਟੇਗਰੀ, ਜੇ 6 ਈਚ ਹੈਗੇ ਨੇ, ਔਰ 1 ਸਾਲ ਦੀ ਫੀਸ $10,000 ਜਿਹੜੇ ਆ GIC ਦੇ ਭਰਨੇ ਨੇ। 3 ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ। ਔਰ ਨੌਨ SDS ਜਾਂ ਜਨਰਲ ਕੈਟੇਗਰੀ ਕਹਿੰਦੇ ਆਪਾਂ ਜਿਹਨੂੰ, ਬਿਲਕੁਲ ਉਸ ਦੇ ਵਿੱਚ ਅਗਰ 5.5 ਇਨ ਐਨੀ ਮੋਡਿਊਲ ਹੈਗੇ ਨੇ, ਇੱਕ ਦੇ ਵਿੱਚ ਅਗਰ 5.5 ਮੋਡਿਊਲ ਹੈਗੇ ਨੇ ਤੇ 5.5 ਜਿਹੜੇ ਬੈਂਡਸ ਹੈਗੇ ਨੇ, ਤਾਂ ਜਾਂ 1 ਸਾਲ ਦੀ ਫੀਸ, ਜਿਸ ਤਰ੍ਹਾਂ ਮੈਂ ਕਿਹਾ SDS ਦੀ ਕੰਡੀਸ਼ਨ ਨਹੀਂ ਪੂਰੀ ਕਰਦੇ, 1 ਸਾਲ ਦੀ ਨਹੀਂ, 1 ਸਮੈਸਟਰ ਦੀ ਫੀਸ ਭਰਦੇ ਆ, ਤੇ ਜਾਂ GIC ਦੇ ਬਜਾਏ ਜਿਹੜਾ ਹੈ ਲੋਨ ਆਪਾਂ ਲੈ ਲੈਂਦੇ ਹਾਂ ਬੈਂਕ ਤੋਂ। ਸੋ ਇਹ ਜਿਹੜੀ ਹੈ ਇਹ ਕਾਰਨਾਂ ਕਰਕੇ ਨੌਨ SDS। ਲੇਕਿਨ ਇਹ ਜਿਹੜੀਆਂ ਐਮਬੈਸੀ ਦੀ ਵੈਬਸਾਈਟ 'ਤੇ ਜਾਂ ਨੈੱਟ 'ਤੇ ਪੋਲਿਸੀਜ਼ ਜਾਂ ਸਾਰੀਆਂ ਗੱਲਾਂ ਹੁੰਦੀਆਂ ਨੇ। ਇਸ ਦੇ ਇਲਾਵਾ ਜਦੋਂ ਅਸੀਂ ਬਹੁਤ ਸਾਲਾਂ ਤੋਂ 2003 ਤੋਂ ਕੰਪਨੀਆਂ ਹਜ਼ਾਰਾਂ ਬੱਚਿਆਂ ਦੀ ਜਿਹੜੇ ਵੀਜ਼ੇ ਲਿੱਤੇ ਨੇ, ਸੋ ਇਹ ਜਿਹੜੀ ਇਹ ਲੰਬਾ ਐਕਸਪੀਰੀਅੰਸ ਦੇ ਨਾਲ ਜਿਹੜੀ ਹੈ ਟ੍ਰੈਂਡ ਕੀ ਚੱਲਦਾ, ਪਾਲਿਸੀ ਕੀ ਚੱਲਦੀ ਪਈ ਹੈ ਇਸ ਵਕਤ, ਉਹ ਦੇਖਣੀ ਹੁੰਦੀ ਹੈ। 5.5 ਇਨ ਐਨੀ ਮੋਡਿਊਲ ਅਗਰ ਹੈਗੇ ਨੇ, 6 'ਚ ਨਹੀਂ ਹੈਗੇ, ਤੇ 31 ਜੁਲਾਈ 2021 ਦੇ ਵਿੱਚ ਲਾਸਟ ਵੀਜ਼ਾ ਆਇਆ ਸੀਗਾ। ਉਸ ਤੋਂ ਬਾਅਦ ਬਹੁਤ ਸਾਰੀਆਂ ਰਿਫਿਊਜ਼ਲਾਂ ਪੰਜਾਬ ਦੇ ਵਿੱਚ, ਇੰਡੀਆ ਵਿੱਚ ਸਾਰੇ ਕੇਸਿਸ ਰਿਫਿਊਜ਼ ਕਰਦੀ ਪਈ ਐਮਬੈਸੀ। 6 ਈਚ ਔਰ ਹਾਇਰ ਦੇ ਨਾਲ ਹੀ SDS ਕੈਟੇਗਰੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈਗਾ। ਅਗਰ 5.5 ਇਨ ਐਨੀ ਮੋਡਿਊਲ ਹੈਗੇ ਨੇ ਤੇ ਕਾਲਜਿਸ ਐਕਸੈਪਟ ਕਰ ਲੈਣੇ ਨੇ ਐਡਮਿਸ਼ਨ ਵਾਸਤੇ, ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ। ਲੇਕਿਨ ਉਸ ਨੂੰ ਦੁਬਾਰਾ ਕਰਨਾ ਪਏਗਾ ਔਰ ਐਮਬੈਸੀ ਵੀਜ਼ਾ ਨਹੀਂ ਦੇਗੀ। ਐਮਬੈਸੀ 'ਚ ਵੀਜ਼ਾ ਲੈਣ ਵਾਸਤੇ ਤੁਸੀਂ ਭਾਵੇਂ ਅਕੈਡਮਿਕ ਦੁਬਾਰਾ ਕਰ ਲਓ ਔਰ ਭਾਵੇਂ ਜਨਰਲ ਕਰ ਲਓ, ਜਨਰਲ ਵੀ ਐਕਸੈਪਟ ਕਰਦੀ ਹੈ, ਕਿਉਂਕਿ ਖਾਸ ਤੌਰ 'ਤੇ ਰੀਡਿੰਗ ਔਰ ਰਾਈਟਿੰਗ ਇਹ 2 ਚੀਜ਼ਾਂ ਸੌਖੀਆਂ ਹੁੰਦੀਆਂ ਨੇ। ਜਿਹੜੀ ਜਨਰਲ ਦੇ ਵਿੱਚ ਤੁਸੀਂ ਦੁਬਾਰਾ ਜਿਹੜਾ ਲਓਗੇ, ਜਨਰਲ ਦਾ ਟੈਸਟ ਲੈ ਲਓ, ਉਹ ਜਿਹੜਾ ਤੁਹਾਨੂੰ ਸੌਖਾ ਲੱਗੇਗਾ ਔਰ ਹਾਇਰ ਬੈਂਡਸ ਆ ਜਾਣਗੇ। ਇਸ ਦੇ ਨਾਲ ਜਿਹੜਾ ਹੈ ਆਪਾਂ ਐਮਬੈਸੀ ਦੇ ਵਿੱਚ ਇਹ ਅਪਲਾਈ ਕਰਾਂਗੇ। PT ਜਾਂ TOEFL ਅਗਰ ਕਰਦੇ ਆ ਆਈਲੈਟਸ ਤੋਂ ਇਲਾਵਾ, ਜੇ ਉਹ ਫਿਰ ਵੀ ਫਾਈਲ ਨੌਨ SDS ਜਾਂ ਜਨਰਲ ਕੈਟੇਗਰੀ 'ਚ ਲੱਗੇਗੀ, ਜਨਰਲ 'ਚ ਨਹੀਂ। ਜਨਰਲ ਵਾਸਤੇ ਆਈਲੈਟਸ ਚਾਹੀਦਾ। ਸੋ PT ਦੇ ਨਾਲ ਵੀ ਔਰ TOEFL ਦੇ ਨਾਲ ਵੀ ਵੀਜ਼ੇ ਆਉਂਦੇ ਨੇ, ਲੇਕਿਨ ਆਈਲੈਟਸ ਦੇ ਕੰਪੈਰੇਟਿਵ ਸਕਸੈਸ ਰੇਟ ਲੋ ਹੁੰਦਾ। ਆਈਲੈਟਸ ਇਜ਼ ਪ੍ਰੈਫਰਡ। ਜੇ ਬੈਟਰ ਹੈਗਾ ਤੁਸੀਂ ਆਈਲੈਟਸ ਹੀ ਕਰੋ,
ਲੇਕਿਨ ਜੇ ਕੋਈ ਕਾਰਨ 3-4-5 ਵਾਰੀ ਦਿੱਤਾ ਹੈ, ਨਹੀਂ ਤੁਸੀਂ ਕੰਫਰਟੇਬਲ ਫੀਲ ਕਰਦੇ, ਪੀਟੀ 'ਚ ਕਰਦੇ ਹੋ, ਤਾਂ ਫਿਰ ਪੀਟੀ ਐਕਸੈਪਟੇਬਲ ਹੈ, ਮਤਲਬ ਐਕਸੈਪਟੇਬਲ ਹੈ ਜੀ। ਸਰ ਟਾਈਮ ਜਿਹੜਾ ਜਿਹਾ ਉਹ ਸ਼ੋਅ ਦਾ ਕੰਪਲੀਟ ਹੋਣ ਵਾਲਾ, ਲੇਕਿਨ ਜਾਂਦੇ ਇੱਕ ਮੈਸੇਜ ਲੈਣਾ ਚਾਹੂੰਗਾ, ਕਿਉਂਕਿ ਜਿਸ ਤਰ੍ਹਾਂ ਦਾ ਅੱਜ ਦਾ ਮਾਹੌਲ ਚੱਲਦਾ ਪਿਆ ਹੈ, ਅਗਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਇੱਕ ਵੈਲ ਸੈਟਲਡ ਫੈਮਿਲੀ ਜਿਹੜੀ ਕਹਿੰਦੇ ਅੱਛਾ ਕਮਾਉਂਦਾ ਖਾਂਦਾ ਘਰ ਹੋਵੇ, ਉਹਨੂੰ ਆਪਣਾ ਬੱਚਾ ਅੱਜ ਦੇ ਟਾਈਮ ਦੇ ਵਿੱਚ ਬਾਹਰ ਭੇਜਣਾ ਚਾਹੀਦਾ ਹੈ ਪੜ੍ਹਨ ਵਾਸਤੇ, ਸੈਟਲਡ ਹੋਣ ਵਾਸਤੇ ਜਾਂ ਨਹੀਂ? ਮੈਂ ਇਹ ਤਾਂ ਪੁੱਛ ਰਿਹਾ ਕਿਉਂਕਿ ਇਹ ਤੁਸੀਂ ਆਪਣੇ ਆਪ 'ਚ ਦੇਖ ਚੁੱਕੇ ਹੋ, ਤੁਸੀਂ ਜਦੋਂ 2000 ਦੇ ਵਿੱਚ ਤੁਸੀਂ ਜਾਣਾ ਸੀ ਬਾਹਰ, ਤੁਸੀਂ ਇਹ ਚੀਜ਼ ਹੰਡਾ ਚੁੱਕੇ ਹੋ ਆਪਣੇ ਉੱਪਰ। ਅੱਜ ਤੁਹਾਡੀ ਸੋਚ ਕੀ ਹੈ? ਮੈਂ ਸਿਰਫ ਇੰਨਾ ਜਾਣਨਾ ਚਾਹੁੰਦਾ, ਕਿਉਂਕਿ ਇਹ ਸੋਚ ਜਿਹੜੇ ਬਹੁਤ ਸਾਰੇ ਮਾਂ ਪਿਓ ਦੇਖ ਰਹੇ ਹਨ ਜਿਨ੍ਹਾਂ ਦੇ ਬੱਚੇ ਬਾਹਰ ਜਾ ਕੇ ਸੈਟਲਡ ਹੋਣਾ ਚਾਹੁੰਦੇ ਨੇ। ਬਿਲਕੁਲ, ਕਿ ਜੀ ਦੇਖੋ ਹੈ ਤਾਂ ਇਹ ਪਰਸਨਲ ਡਿਸੀਜਨ ਹੈਗਾ, ਔਰ ਕਈ ਵਾਰੀ ਇਹ ਵੀ ਹੁੰਦਾ ਕਿ ਸਾਡਾ ਦੇਸ਼ ਹੈ, ਸਾਡੀ ਮਿੱਟੀ ਆ, ਅਸੀਂ ਜਾਣਾ ਹੀ ਨਹੀਂ ਚਾਹੁੰਦੇ, ਭਾਵੇਂ ਕੰਮ ਵੱਟ ਮੇ ਦਾ ਮਤਲਬ ਇਹ ਕਿ ਜੋ ਮਰਜ਼ੀ ਹੋ ਜੇ, ਅਸੀਂ ਆਪਣੇ ਦੇਸ਼ ਨਾਲ ਜੁੜਨਾ ਹੈਗਾ, ਇੱਥੇ ਹੀ ਰਹਿਣਾ ਹੈਗਾ, ਔਰ ਹਰ ਥਾਂ ਦੇ ਆਪਣੇ ਫਾਇਦੇ ਨੁਕਸਾਨ ਨੇ। ਲੇਕਿਨ ਡੈਫੀਨੇਟਲੀ ਫੋਰਨ ਕੰਟਰੀਜ਼ ਸਾਰੇ ਹੀ ਜਿਹੜੇ ਵੈਸਟਰਨ ਕੰਟਰੀਜ਼, ਔਰ ਖ਼ਾਸ ਤੌਰ 'ਤੇ ਕੈਨੇਡਾ ਜਿਹੜਾ ਹੈ, ਡਿਸਕ੍ਰਿਮੀਨੇਸ਼ਨ ਬਿਲਕੁਲ ਵੀ ਨਹੀਂ ਹੈਗੀ ਹੈ, ਔਰ ਬੜਾ ਹੀ ਅੱਛਾ ਕੰਟਰੀ। 2000 ਦੇ ਵਿੱਚ ਮੈਂ PR ਈਅਰ 2000 ਦੇ ਵਿੱਚ PR ਅਪਲਾਈ ਕੀਤੀ, 2006 ਵਿੱਚ ਮੈਂ ਗਿਆ ਸੀ ਐਜ਼ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ। ਅੱਜ ਜਿਹੜੇ ਬੱਚੇ ਮੇਰੇ ਉੱਥੇ ਦੋਨੇ ਬੇਟੀ ਔਰ ਬੇਟਾ ਡਾਕਟਰੀ ਕਰਦੇ ਪਏ ਨੇ, ਮੈਡੀਸਨ ਦੇ ਵਿੱਚ ਸਿਲੈਕਟ ਹੋਏ, ਲੇਕਿਨ ਉਹਨਾਂ ਦੀ ਐਂਟਰੀ ਜਿਹੜੀ ਹੈਗੀ ਹੈ ਉਹ ਇੱਕ ਪ੍ਰੂਫ ਹੈਗਾ ਕਿ ਬਿਨਾਂ ਪੈਸੇ ਬਿਨਾਂ ਸਿਫਾਰਿਸ਼ ਤੋਂ ਬੱਚੇ ਟੈਲੈਂਟਡ ਸੀਗੇ, ਹਾਈ ਮਾਰਕਸ ਸੀਗੇ, ਔਰ ਟੈਸਟ ਜਿਹੜਾ MCAT ਐਗਜ਼ਾਮੀਨੇਸ਼ਨ ਬਹੁਤ ਹਾਈ ਲੈਵਲ ਦਾ ਉਹ ਪਾਸ ਕੀਤਾ, ਕਈ ਤਰ੍ਹਾਂ ਦੀ ਇੰਟਰਵਿਊ ਪਾਸ ਕੀਤੀ, ਮੈਡੀਕਲ ਜਿਹੜਾ ਹੈ ਮੈਡੀਸਨ ਕਾਲਜ ਆਫ ਮੈਡੀਸਨ ਵਿੱਚ ਡਾਕਟਰੀ ਵਾਸਤੇ ਸਿਲੈਕਟ ਹੋਏ। ਹੋਰ ਬਹੁਤ ਸਾਰੇ ਫੀਲਡ ਦੇ ਵਿੱਚ ਇਹ ਆਮ ਤੌਰ 'ਤੇ ਕਈ ਵਾਰੀ ਮੇਰੇ ਕੋਲ ਕੁਐਸਚਨ ਆਉਂਦਾ ਹੈ ਕਿ ਜੀ ਬੱਚੇ ਜਿਹੜੇ ਨੇ ਔਡ ਜੌਬਸ ਕਰਦੇ ਨੇ, ਛੋਟੀ ਮੋਟੀਆਂ ਜੌਬਸ ਕਰਦੇ ਨੇ, ਅਤੇ ਕਈ ਵਾਰੀ ਨਹੀਂ ਕਰ ਪਾਉਂਦੇ ਹਾਇਰ ਲੈਵਲ ਜੌਬਸ। ਲੇਕਿਨ ਮੈਂ ਉੱਥੇ 2006 ਤੋਂ ਰਹਿ ਰਿਹਾ ਹੈਗਾ, 5 ਸਾਲ ਮੈਂ ਬਰੈਂਪਟਨ ਰਿਹਾ, ਫਿਰ ਹੁਣ ਸੈਸਕਾਟੂਨ ਬਹੁਤ ਟਾਈਮ ਤੋਂ ਰਹਿ ਰਿਹਾ ਹੈਗਾ। ਦੇਖਿਆ ਕਿ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਔਰ ਡਾਇਰੈਕਟਰਸ ਹੈਗੇ ਨੇ ਕਈ ਤਰ੍ਹਾਂ ਦੇ ਮੈਡੀਸਨ ਦੇ, ਔਰ ਕਈ ਕਾਲਜਿਸ ਦੇ ਵਿੱਚ, ਔਰ ਅੱਛੇ ਪੋਜੀਸ਼ਨਾਂ 'ਤੇ ਆਪਣੇ ਲੋਕ ਬਹੁਤ ਸਾਰੇ ਬੈਠੇ ਨੇ, ਕੋਈ ਪ੍ਰੋਬਲਮ ਨਹੀਂ ਹੈਗੀ। ਮੈਨੇਜਰਸ ਬਹੁਤ ਬੱਚੇ ਜਿਹੜੇ ਇੱਥੋਂ ਜਾਂਦੇ ਆ, ਲੋਅਰ ਲੈਵਲ ਜੌਬ ਸ਼ੁਰੂ ਕਰਕੇ ਮੈਨੇਜਰ ਲੈਵਲ ਤੱਕ ਜਾਂਦੇ ਨੇ, ਬਹੁਤ ਸਾਰੇ ਜਿਹੜੇ ਨੇ ਮੈਨੇਜਰ ਬਣਦੇ ਨੇ ਔਰ ਬੜੀ ਹਾਈ ਪੋਜੀਸ਼ਨ 'ਤੇ ਪਹੁੰਚਦੇ ਨੇ, ਕੋਈ ਦਿੱਕਤ ਨਹੀਂ ਹੈ ਜੀ। ਬਿਲਕੁਲ, ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸ਼ੋਅ ਦੇ ਵਿੱਚ ਮਿਲੀ ਹੈ, ਮੈਨੂੰ ਲੱਗਦਾ ਕਿ ਤੁਸੀਂ ਨੋਟ ਵੀ ਕਰ ਲਈ ਹੋਣੀ ਹੈ। ਔਰ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ, ਜਿਵੇਂ ਕਿ ਮੈਂ ਹਰ ਵਾਰੀ ਕਹਿੰਦਾ ਹੁੰਦਾ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੈਗੇ ਨੇ, ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਜਿਹੜੀ ਪ੍ਰੋਫਾਈਲ ਹੈ ਉਹ ਡਿਸਕਸ ਕਰ ਸਕਦੇ ਹੋ। ਟਾਈਮ ਇਸ ਤੋਂ ਵੱਧ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਲਿਮਿਟੇਸ਼ਨ ਹੁੰਦੀਆਂ ਨੇ। ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬਹੁਤ ਸਾਰੇ ਲੋਕ ਮੈਨੂੰ ਮਿਲਣਾ ਚਾਹੁੰਦੇ ਨੇ, ਹਾਲਾਂਕਿ ਮੇਰੀ ਨਿਗਾਹ ਦੇ ਵਿੱਚ ਸਾਰੇ ਕੰਮ ਹੁੰਦੇ ਨੇ, ਮੈਂ ਪਰਸਨਲ ਕੇਅਰ ਕਰਦਾ, ਲੇਕਿਨ ਫਿਰ ਵੀ ਲੋਕੀ ਕਹਿੰਦੇ ਨੇ ਅਸੀਂ ਡਾਕਟਰ ਰਵੀ ਗਰਗ ਨੂੰ ਹੀ ਮਿਲਣਾ ਹੈ। ਬੈਟਰ ਹੈਗਾ ਤੁਸੀਂ ਸਾਡੇ ਆਫਿਸਿਸ ਦੇ ਵਿੱਚ ਚਲੇ ਜਾਓ, ਉੱਥੇ ਕਾਉਂਸਲਰਸ ਮੈਨੇਜਰ ਸਾਰੇ ਮੇਰੀ ਨਿਗਰਾਨੀ ਵਿੱਚ ਹੀ ਕੰਮ ਕਰਦੇ ਨੇ, ਕੋਈ ਦਿੱਕਤ ਨਹੀਂ। ਲੇਕਿਨ ਜੇ ਮੈਨੂੰ ਵੀ ਮਿਲਣਾ ਹੋਵੇ ਤਾਂ ਤੁਸੀਂ ਸਾਡੇ ਨੰਬਰ 70613 'ਤੇ ਕਾਲ ਕਰਕੇ, ਸੈਮੀਨਾਰਸ ਆਉਣ ਵਾਲੇ ਨੇ, ਜਾਂ ਮੈਂ ਵੈਸੇ ਵੀ ਵਿਦਆਊਟ ਸੈਮੀਨਾਰਸ ਵੀ ਕਈ ਵਾਰੀ ਕਿਤੇ ਮਿਲਦਾ ਹੈਗਾ, ਤੁਹਾਨੂੰ ਟਰੈਵਲ ਵੀ ਕਰਨਾ ਪੈ ਸਕਦਾ ਹੈ, ਵੇਟ ਵੀ ਕਰਨਾ ਪੈ ਸਕਦਾ, ਪਲੀਜ਼ ਕੋਆਪਰੇਟ, ਔਰ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਟਾਈਮ ਫਿਕਸ ਕਰਕੇ ਮਿਲ ਸਕਦੇ ਹੋ ਜੀ। ਵੈਲਕਮ। My name is Mankaran Singh Pullar. I have completed my 12th last year in 2021, and then afterwards I have passed my IELTS exam with a 7 score. So in order to get my Canada visa, my friend suggested me to go to Pioneer Immigration. They really helped me a lot with their consultancy, and within 2-3 months I got my Canada visa. I'm really thankful to Dr. Ravigar and whole Pioneer team for their help, and here is my Canada visa. Thank you. Hello, my name is Hamdeep Kaur and I am from Firozpur. Actually, I applied my study visa from Pioneer Immigration, and I got my visa in 3 months. And here's my stamped passport, and I got it in 15 days. All the staff members are very polite and they are very cooperative. Thank you to Mr. Ravi Garg and for the best service. I must say that all of you that visit here and get the beautiful result from here, thank you so much. Hello everyone, I'm Amanjot Kaur Gill and I'm from Seriwala. Today I would like to share my experience with Pioneer Immigration. Actually, in the first time I had 2 refusals of Canada, but after
these two refusals, Pioneer Immigration helped me a lot, and today I got my visa, and I'm so happy with the efforts of Pioneer Immigration, and with the efforts of all the staff of Pioneer Immigration. So today I'm so happy. So I highly recommend to all of you to visit Pioneer Immigration for your future goals. ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।